ਹੈਲੋ ਡੀਅਰ ਵਿਊਅਰਸ, ਤੁਸੀਂ ਇਹ ਵੀਡੀਓ ਵਿਜ਼ਡਮ ਐਜੂਕੇਸ਼ਨ ਪੁਆਇੰਟ RDC ਦੇ ਉੱਤੇ ਦੇਖ ਰਹੇ ਆ, ਜੋ ਕਿ ਤੁਹਾਡਾ ਫੇਵਰੇਟ ਚੈਨਲ ਆ। ਤੇ ਅੱਜ ਦਾ ਸਾਡਾ ਟੌਪਿਕ ਹੈਗਾ ਇੰਗਲਿਸ਼ ਦੀ ਸਪੀਕਿੰਗ ਦਾ। ਠੀਕ ਆ। ਸੋ ਮੋਸਟ ਆਫ ਦਾ ਟਾਈਮ ਜਦੋਂ ਅਸੀਂ ਸਪੈਸ਼ਲੀ ਪੰਜਾਬੀ ਸਟੂਡੈਂਟਸ ਸਪੀਕਿੰਗ ਕਰਦੇ ਆ ਤਾਂ ਸਾਨੂੰ ਬਹੁਤ ਸਾਰੀਆਂ ਡਿਫਿਕਲਟੀਜ਼ ਫੇਸ ਕਰਨੀਆਂ ਪੈਂਦੀਆਂ। ਸੋ ਪੰਜਾਬੀ ਸਾਡੇ ਲਈ ਇੰਗਲਿਸ਼ ਸਾਡੇ ਲਈ ਇੱਕ ਨਾਈਟਮੇਅਰ ਬਣ ਜਾਂਦੀ ਹੈ। ਕਿਉਂਕਿ ਸਾਡੀ ਮਦਰ ਟੰਗ ਪੰਜਾਬੀ ਆ। ਇੰਗਲਿਸ਼ ਦੇ ਹਿਸਾਬ ਦੇ ਨਾਲ ਸਾਡੀ ਟੰਗ ਦੀ ਡਿਵੈਲਪਮੈਂਟ ਜਾਂ ਟੰਗ ਮਸਲ ਜਿਹੜੀ ਆ ਉਹਨਾਂ ਦੀ ਡਿਵੈਲਪਮੈਂਟ ਨਹੀਂ ਹੋਈ ਹੈ ਬਿਕੋਜ਼ ਲੈਕ ਆਫ ਪ੍ਰੈਕਟਿਸ। ਸੋ ਸਪੀਕਿੰਗ ਨੂੰ ਈਜ਼ੀ ਕਰਦੇ ਹੋਏ ਇਹਦੇ ਵਿੱਚ ਜਿਹੜੀ ਆ ਮੈਂ 4 ਕ੍ਰਾਈਟੀਰੀਆਜ਼ ਡਰਾਈਵ ਕੀਤੇ ਹੋਏ ਆ। ਸੋ ਇਹ 4 ਕ੍ਰਾਈਟੀਰੀਆਜ਼ ਜੇ ਤੁਸੀਂ ਇਹਨਾਂ ਚਾਰਾਂ ਦੇ ਉੱਤੇ ਕੰਮ ਕਰੋਗੇ, ਚਾਰੇ ਪੁਆਇੰਟਸ ਦੇ ਉੱਤੇ ਕੰਮ ਕਰੋਗੇ ਤਾਂ ਤੁਹਾਡੀ ਸਪੀਕਿੰਗ ਜਿਹੜੀ ਆ ਉਹ 7 ਤੋਂ 8 ਬੈਂਡ ਤੱਕ ਵੀ ਜਾ ਸਕਦੀ ਹੈ। ਅਗਰ ਤੁਸੀਂ ਸਾਡੀਆਂ ਸਾਰੀਆਂ ਵੀਡੀਓਜ਼ ਇਹ ਫੋਲੋ ਕਰਦੇ ਆ, ਸੋ ਇਹ ਇੰਗਲਿਸ਼ ਦੀ ਪਹਿਲੀ ਵੀਡੀਓ ਆ। ਅਗਰ ਤੁਸੀਂ ਸਾਰੀਆਂ ਵੀਡੀਓਜ਼ ਫੋਲੋ ਕਰਦੇ ਆ ਤਾਂ ਤੁਹਾਨੂੰ ਕਿਸੇ ਪਾਸੇ ਆਈਲੈਟ ਸੈਂਟਰਾਂ 'ਤੇ ਵੀ ਜਾਣ ਦੀ ਲੋੜ ਨਹੀਂ ਹੈਗੀ। ਤੁਹਾਨੂੰ ਸਪੀਕਿੰਗ ਦੀ ਜਿਹੜੀ ਕਲੈਰਿਟੀ ਇਹਨਾਂ ਵੀਡੀਓਜ਼ ਤੋਂ ਹੀ ਹੋ ਜਾਣੀ ਹੈ। ਸੋ ਪਹਿਲਾ ਪੁਆਇੰਟ ਹੈਗਾ ਫਲੂਐਂਸੀ ਐਂਡ ਕੋਹਰੈਂਸ। ਦੂਜਾ ਪੁਆਇੰਟ ਸਾਡੇ ਕੋਲ ਕੀ ਹੈ? ਲੈਕਸੀਕਲ ਰਿਸੋਰਸਸ। ਥਰਡ ਪੁਆਇੰਟ ਹੈਗਾ ਗ੍ਰਾਮੈਟੀਕਲ ਰੇਂਜ ਐਂਡ ਐਕੂਰੇਸੀ। ਐਂਡ ਫੋਰਥ ਵਨ ਇਜ਼ ਪ੍ਰੋਨੰਸੀਏਸ਼ਨ। ਤੁਸੀਂ 4 ਹੀ ਪੁਆਇੰਟ ਇਹ ਕਵਰ ਕਰਨੇ ਆ। ਠੀਕ ਹੈ ਜੀ। ਫਰਸਟ ਪੁਆਇੰਟ ਦੇ ਉੱਤੇ ਆਪਾਂ ਕੰਮ ਕਰਦੇ ਹਾਂ, ਜੋ ਕਿ ਹੈਗੀ ਫਲੂਐਂਸੀ ਐਂਡ ਕੋਹਰੈਂਸ। ਇਹਦੇ ਵਿੱਚ ਫਲੂਐਂਸੀ ਤੁਸੀਂ ਬਣਾਉਣੀ ਆ ਕਿ ਤੁਸੀਂ ਸਪੀਕਿੰਗ ਜਿਹੜੀ ਆ ਦਿੰਨੇ ਆ, ਹੈਵ ਯੂ ਆਨਸਰਡ ਦਾ ਕੁਐਸਚਨ ਡਾਇਰੈਕਟਲੀ। ਤੁਹਾਡੇ ਕੋਲੋਂ ਐਗਜ਼ਾਮੀਨਰ ਨੇ ਕੋਈ ਕੁਐਸਚਨ ਪੁੱਛਿਆ, ਤੁਸੀਂ ਉਹਦਾ ਆਨਸਰ ਡਾਇਰੈਕਟਲੀ ਦੇ ਰਹੇ ਆ ਜਾਂ ਉਹਨੂੰ ਆਨਸਰ ਨੂੰ ਘੁਮਾ ਰਹੇ ਆ। ਆਪਾਂ ਆਨਸਰ ਨੂੰ ਘੁਮਾਉਣਾ ਨਹੀਂ ਹੈਗਾ, ਟੂ ਦਾ ਪੁਆਇੰਟ ਡਾਇਰੈਕਟ ਆਨਸਰ ਦੇਣਾ। ਠੀਕ ਹੈ ਜੀ। ਸੋ ਇਹ ਹੈਗਾ ਤੁਹਾਡਾ ਫਰਸਟ ਫਲੂਐਂਸੀ ਦੇ ਵਿੱਚ। ਸੋ ਨੈਕਸਟ ਕੀ ਹੈਗਾ ਆ? ਕੈਨ ਯੂ ਲੌਜੀਕਲੀ ਸਪੋਰਟ ਵਟ ਯੂ ਆਰ ਟਾਕਿੰਗ ਅਬਾਊਟ। ਜਿਹੜੀ ਵੀ ਚੀਜ਼ ਤੁਹਾਡੇ ਕੋਲੋਂ ਪੁੱਛੀ ਗਈ ਹੈ, ਪਹਿਲੀ ਤਾਂ ਗੱਲ ਸੀਗੀ ਫਲੂਐਂਸੀ ਦੇ ਵਿੱਚ ਕਿ ਤੁਸੀਂ ਡਾਇਰੈਕਟ ਆਨਸਰ ਦੇਣਾ ਹੈ। ਦੂਜੀ ਕੀ ਆ ਕਿ ਜੋ ਵੀ ਤੁਹਾਡੇ ਕੋਲੋਂ ਪੁੱਛਿਆ ਗਿਆ ਤੁਸੀਂ ਉਹਨੂੰ ਲੌਜੀਕਲੀ ਆਨਸਰ ਕਰ ਰਹੇ ਆ ਜਾਂ ਉਹਨੂੰ ਫੇਰ ਦੁਬਾਰਾ ਤੋਂ ਘੁਮਾ ਰਹੇ ਆ। ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਪੁਆਇੰਟ ਮੈਂ ਆਪਣਾ ਵੈਲੀਡੇਸ਼ਨ ਪ੍ਰੂਵ ਕਰਨਾ ਚਾਹੂੰਗਾ। ਜਿਵੇਂ ਕਿ ਹੈਗਾ ਆ, ਫੋਰ ਐਗਜ਼ਾਮਪਲ ਕੁਐਸਚਨ ਤੁਹਾਡੇ ਕੋਲੋਂ ਪੁੱਛਿਆ ਹੈ, ਹਾਊ ਡੂ ਪੀਪਲ ਮੇਕ ਫਰੈਂਡਸ ਨਾਓ। ਮਤਲਬ ਕਿ ਅੱਜ ਕੱਲ੍ਹ ਲੋਕੀ ਦੋਸਤ ਕਿੱਦਾਂ ਬਣਦੇ ਆ। ਹੁਣ ਦੇਖੋ ਇਹਦੇ ਵਿੱਚ ਤੁਸੀਂ ਜੇ ਆਨਸਰ ਕਰਨ ਲੱਗ ਜਾਓਗੇ ਅੱਜ ਕੱਲ੍ਹ ਤਾਂ ਦੋਸਤ ਮਤਲਬ ਦੇ ਬਣਦੇ ਆ ਜਾਂ ਫਲਾ, ਇਹ ਆਨਸਰ ਬਿਲਕੁਲ ਗਲਤ ਆ। ਇਹ ਲੌਜੀਕਲੀ ਸਪੋਰਟ ਹੀ ਨਹੀਂ ਕਰਦਾ। ਸੋ ਤੁਹਾਡਾ ਆਨਸਰ ਕੀ ਹੋਣਾ ਚਾਹੀਦਾ? ਯੋਰ ਆਨਸਰ ਸ਼ੁੱਡ ਬੀ, nowadays people make friends through the internet by joining social networking sites, for example Facebook, Instagram or Tinder etc. So by the way, Tinder is a dating site. So ਇਹ ਤੁਹਾਡਾ ਆਨਸਰ ਹੋਣਾ ਚਾਹੀਦਾ ਕਿ ਸੋਸ਼ਲ ਨੈਟਵਰਕਿੰਗ ਸਾਈਟਸ ਤੋਂ ਅੱਜ ਕੱਲ੍ਹ ਦੋਸਤ ਜ਼ਿਆਦਾ ਬਣਦੇ ਆ। ਠੀਕ ਹੈ ਜੀ। ਸੋ ਹੋਰ ਦੋਸਤ ਬਣਨ ਦਾ ਮੋਡ ਕੀ ਆ? ਸੋਸ਼ਲ ਗੈਦਰਿੰਗ ਵੀ ਹੋ ਸਕਦੀ ਹੈ। ਸੋ ਨੈਕਸਟ ਤੁਹਾਡੇ ਕੋਲ ਕੀ ਆ? ਡੂ ਯੂ ਯੂਜ਼ ਡਿਫਰੈਂਟ ਡਿਸਕੋਰਸ ਮਾਰਕਸ ਟੂ ਸਟਾਰਟ ਯੂਰ ਸੈਂਟੈਂਸ। ਜਦੋਂ ਵੀ ਤੁਸੀਂ ਆਨਸਰ ਦੇਣਾ ਆ ਤਾਂ ਤੁਹਾਡਾ ਆਪਣਾ ਸੈਂਟੈਂਸ ਬਣਾਉਣ ਤੋਂ ਪਹਿਲਾਂ ਡਿਸਕੋਰਸ ਮਾਰਕਸ ਤੁਸੀਂ ਯੂਜ਼ ਕਰਦੇ ਆ ਕਿ ਨਹੀਂ ਕਰਦੇ। ਜਿਵੇਂ ਕਿ ਮੈਂ ਆਪਣੇ ਆਨਸਰ ਦੀ ਸਪੋਰਟ ਦੇ ਵਿੱਚ ਡਿਸਕੋਰਸ ਮਾਰਕ ਕੀ ਦਿੱਤਾ ਸੀ? ਨਾਓ ਅਡੇਜ਼, ਅੱਜ ਕੱਲ੍ਹ, ਜਿਹਦਾ ਮਤਲਬ ਆ। ਤੁਸੀਂ ਹੋਰ ਵੀ ਡਿਸਕੋਰਸ ਮਾਰਕ ਦੇ ਸਕਦੇ ਹੋ, ਜਿਵੇਂ ਕਿ ਵੈਰੀ ਓਫਨ, ਸੈਲਡਮ, ਯੈਸ, ਨੋ, ਨਾਓ ਅਡੇਜ਼ ਐਕਸੈਟਰਾ ਜਾਂ ਕੁਛ ਵੀ। ਇਹ ਡਿਪੈਂਡ ਕਰਦਾ ਕਿ ਤੁਹਾਡੇ ਕੋਲੋਂ ਕੁਐਸਚਨ ਕੀ ਪੁੱਛਿਆ ਗਿਆ ਹੈ। ਠੀਕ ਹੈ ਜੀ। ਅਤੇ ਉਹ ਤੁਹਾਨੂੰ ਹੁਣ ਕਿੱਦਾਂ ਪਤਾ ਲੱਗੂਗਾ ਵੀ ਤੁਸੀਂ ਕਿਹੜਾ ਡਿਸਕੋਰਸ ਮਾਰਕ ਜਿਹੜਾ ਕਿਹੜਾ ਯੂਜ਼ ਕਰਨਾ ਹੈ? ਉਹ ਡਿਪੈਂਡ ਕਰਦਾ ਆ ਕਿ ਤੁਹਾਡੀ ਪ੍ਰੈਕਟਿਸ ਕਿੰਨੀ ਆ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋਗੇ, ਜ਼ਿਆਦਾ ਤੋਂ ਜ਼ਿਆਦਾ ਵੀਡੀਓਜ਼ ਦੇਖੋਗੇ ਇਹ ਵਾਲੀਆਂ, ਤਾਂ ਤੁਹਾਨੂੰ ਆਲਰੇਡੀ ਆਪਣੇ ਆਪ ਹੀ ਪਤਾ ਲੱਗਣਾ ਸ਼ੁਰੂ ਹੋ ਜਾਊਗਾ ਕਿ ਤੁਹਾਨੂੰ ਇੰਗਲਿਸ਼ ਯੂਜ਼ ਕਿੱਦਾਂ ਕਰਨੀ ਹੈ, ਕਿਹੜੇ ਡਿਸਕੋਰਸਸ ਤੁਸੀਂ ਯੂਜ਼ ਕਰਨੇ ਆ ਅਤੇ ਟੂ ਦਾ ਪੁਆਇੰਟ ਡਾਇਰੈਕਟ ਆਨਸਰ ਦੇਣਾ ਕਿੱਦਾਂ ਹੈ। ਸੋ ਨੈਕਸਟ ਫਲੂਐਂਸੀ ਐਂਡ ਕੋਹਰੈਂਸ ਦੇ ਵਿੱਚ ਹੋਰ ਚੀਜ਼ ਆਉਂਦੀ ਹੈ ਕਿ ਕੈਨ ਯੂ ਕੈਰੀ ਔਨ ਸਪੀਕਿੰਗ ਵਿਦਾਊਟ ਹੈਜ਼ੀਟੇਟਿੰਗ ਔਰ ਕਰੈਕਟਿੰਗ ਯੂਅਰ ਸੈਲਫ। ਆਪਣੇ ਆਪ ਨੂੰ ਬਾਰ-ਬਾਰ ਕਰੈਕਟ ਨਹੀਂ ਕਰਨਾ। ਹੁਣ ਤੁਸੀਂ ਬੋਲ ਰਹੇ ਆ, ਤੁਹਾਡੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ, ਮੰਨ ਲਓ ਤੁਸੀਂ ਕੋਈ ਹੈਲਪਿੰਗ ਵਰਬ ਜਾਂ ਵਰਬ ਦੀ ਫਾਰਮ ਜਿਹੜੀ ਆ ਗਲਤ ਬੋਲ ਦਿੱਤੀ ਹੈ, ਤਾਂ ਉਹਦੇ ਵਿੱਚ ਤੁਸੀਂ ਹੈਜ਼ੀਟੇਟ ਹੋਵੋਗੇ, ਰੁਕ ਜਾਓਗੇ, ਉਹਨੂੰ ਰਿਪੀਟ ਕਰੋਗੇ। ਉਹ ਚੀਜ਼ ਨਹੀਂ ਕਰਨੀ। ਸੋ ਮੇਰੇ ਦੋਸਤੋ, ਇਸ ਚੀਜ਼ ਨੂੰ ਅਵੋਇਡ ਕਰਨ ਦੇ ਲਈ ਕੀ ਕਰੋ? ਰੀਡ ਮੋਰ। ਇਹੀ ਕਨਕਲੂਜਨ ਮੈਂ ਦੇਖਿਆ ਕਿ ਰੀਡ ਮੋਰ, ਜ਼ਿਆਦਾ ਤੋਂ ਜ਼ਿਆਦਾ ਬੁੱਕਸ ਪੜ੍ਹੋ।
ਫੋਰ ਐਗਜ਼ਾਮਪਲ ਤੁਸੀਂ ਫੋਨ ਦੇ ਉੱਤੇ ਗੂਗਲ ਸਰਚ ਕਰਦੇ ਆ ਕੋਈ ਵੀ ਚੀਜ਼, ਮੰਨ ਲਓ ਤੁਹਾਡੀ ਕੋਈ ਵੀ ਚੀਜ਼ ਹੈ, ਚਾਹੇ ਕਿਸੇ ਵੀ ਬ੍ਰਾਂਡ ਦੀ ਸਰਚ ਕਰਦੇ ਆ ਜਾਂ ਆਪਣੀ ਕਿਸੇ ਵੀ ਜੋ ਵੀ ਤੁਹਾਡੀ ਲਾਈਕਿੰਗਸ ਆ, ਲਾਈਕਿੰਗ ਚਾਹੇ ਪੈਨ ਨੂੰ ਹੀ ਸਰਚ ਕਰ ਲਓ, ਵਿਕੀਪੀਡੀਆ ਦੇ ਉੱਤੇ ਕੋਈ ਚੀਜ਼ ਸਰਚ ਕਰ ਲਓ ਤਾਂ ਉਹਦੀ ਬਹੁਤ ਵੱਡੀ ਡਿਸਕ੍ਰਿਪਸ਼ਨ ਆ ਜਾਂਦੀ ਹੈ। ਉਹ ਸਾਰੀ ਦੀ ਸਾਰੀ ਪੜ੍ਹੋ, ਲਾਊਡ ਪੜ੍ਹੋ, ਇੰਨੀ ਕੁ ਲਾਊਡ ਪੜ੍ਹੋ ਵੀ ਤੁਹਾਨੂੰ ਸੁਣੇ ਆਪਣੇ ਆਪ ਨੂੰ, ਬਾਰ-ਬਾਰ ਪੜ੍ਹੋ, ਤੇਜ਼ ਪੜ੍ਹੋ, ਠੀਕ ਹੈ। ਬੇਸ਼ੱਕ ਤੁਹਾਨੂੰ ਸਮਝ ਲੱਗੇ ਚਾਹੇ ਨਾ ਲੱਗੇ। ਸੋ ਰੀਡ ਲਾਊਡ, ਪ੍ਰੈਕਟਿਸ ਮੋਰ। ਇਹਦੀ ਜ਼ਿਆਦਾ ਤੋਂ ਜ਼ਿਆਦਾ ਪ੍ਰੈਕਟਿਸ ਕਰੋ ਜਿੰਨੀ ਵੀ ਤੁਹਾਡੀ ਹੋ ਸਕਦੀ ਆ, ਤਾਂ ਕਿ ਤੁਹਾਡੀ ਟੰਗ ਮੂਵਮੈਂਟ ਪ੍ਰੋਨੰਸੀਏਸ਼ਨ ਦੇ ਹਿਸਾਬ ਦੇ ਨਾਲ ਡਿਵੈਲਪ ਹੋਵੇ। ਇਹ ਹੀ ਲੌਜੀਕਲ ਕੀ ਆ, ਜਿਹੜਾ ਇੰਗਲਿਸ਼ ਦਾ ਸਾਰਾ ਨਿਚੋੜ ਹੀ ਇਹਦੇ ਵਿੱਚ ਆ, ਠੀਕ ਹੈ ਜੀ। ਜਦੋਂ ਤੁਸੀਂ ਕੋਈ ਆਰਟੀਕਲ ਪੜ੍ਹਦੇ ਆ, ਚਾਹੇ ਨਿਊਜ਼ ਪੇਪਰ ਦੇ ਉੱਤੇ ਆਰਟੀਕਲ ਹੋਵੇ ਇੰਗਲਿਸ਼ ਦਾ, ਚਾਹੇ ਤੁਹਾਡੀ ਡਿਸਕ੍ਰਿਪਸ਼ਨ ਹੋਵੇ ਕੋਈ ਵੀ ਫੋਨ ਦੀ ਹੋਵੇ, ਠੀਕ ਹੈ ਜੀ। ਜਦੋਂ ਵੀ ਤੁਸੀਂ ਕੋਈ ਚੀਜ਼ ਪੜ੍ਹਦੇ ਆ, ਤੁਸੀਂ ਪਹਿਲਾਂ ਅਟਕੋਗੇ ਥੋੜ੍ਹਾ ਜਿਹਾ, ਪਹਿਲਾਂ ਹੈਜ਼ੀਟੇਟ ਹੋਵੋਗੇ, ਫਿਰ ਕੀ ਕਰੋਗੇ ਤੁਸੀਂ ਉਸ ਵਰਡ ਨੂੰ ਪ੍ਰੋਨਾਊਂਸ ਕਰਨਾ ਸਿੱਖ ਜਾਓਗੇ, ਫਿਰ ਬਾਰ-ਬਾਰ ਤੁਸੀਂ ਫਲੂਐਂਸੀ ਵਿੱਚ ਪੜ੍ਹ ਸਕਦੇ ਆ। ਸੋ ਨੈਕਸਟ ਹੈਗਾ ਸਾਡਾ ਲੈਕਸੀਕਲ ਰਿਸੋਰਸ। ਸੋ ਲੈਕਸੀਕਲ ਰਿਸੋਰਸਿਸ ਦੇ ਵਿੱਚ ਆਉਂਦੀ ਸਾਡੀ ਵੋਕੈਬਲਰੀ, ਕਿ ਸਾਡੀ ਵੋਕੈਬਲਰੀ ਕਿੰਨੀ ਕੁ ਵਧੀਆ ਹੈ। ਇੱਕ ਹੀ ਵਰਡ ਨੂੰ, ਇੱਕ ਛੋਟੇ ਜਿਹੇ ਵਰਡ ਨੂੰ ਅਸੀਂ ਕਿੰਨੀ ਕੁ ਵਾਰੀ ਯੂਜ਼ ਕਰ ਸਕਦੇ ਹਾਂ, ਠੀਕ ਹੈ, ਉਹਨੂੰ ਕਹਿੰਦੇ ਹੈਗੀ ਸਾਡੀ ਵੋਕੈਬਲਰੀ। ਸੋ ਇਹਦੇ ਵਿੱਚ ਕੀ ਆਉਂਦਾ ਹੈ ਵੋਕੈਬਲਰੀ, ਮੈਂ ਇੱਕ ਇੱਥੇ ਐਗਜ਼ਾਮਪਲ ਦਿੱਤੀ ਹੋਈ, ਜਿਵੇਂ ਕਿ ਅਸੀਂ ਕਹਿੰਦੇ ਥੋਰੋਲੀ। ਇੱਕ ਵਰਡ ਆ ਥੋਰੋ ਜਾਂ ਥੋਰੋਲੀ, THOROUGHLY, ਥੋਰੋਲੀ। ਥੋਰੋਲੀ ਦਾ ਮਤਲਬ ਹੁੰਦਾ ਕੰਪਲੀਟਲੀ, ਸਾਰੇ ਦਾ ਸਾਰਾ, ਕੋਈ ਵੀ ਚੀਜ਼, ਕੋਈ ਵੀ ਟੌਪਿਕ ਆ ਪੂਰੇ ਦਾ ਪੂਰਾ ਜਦੋਂ ਅਸੀਂ ਕਵਰ ਕਰਦੇ ਹਾਂ, ਜਿਵੇਂ ਕਿ ਹੁਣ ਅਸੀਂ ਸਪੀਕਿੰਗ ਦਾ ਟੌਪਿਕ ਕਵਰ ਕਰ ਰਹੇ ਹਾਂ, ਅਸੀਂ ਥੋਰੋਲੀ ਕਵਰ ਕਰ ਰਹੇ ਹਾਂ ਸਪੀਕਿੰਗ ਦਾ ਟੌਪਿਕ, ਠੀਕ ਹੈ ਜੀ। ਸੋ ਨੈਕਸਟ ਹੈਗਾ ਆ, ਆਰ ਯੂ ਯੂਜ਼ਿੰਗ ਦਾ ਕਰੈਕਟ ਵਰਡਸ ਫॉर ਦਾ ਟੌਪਿਕ ਐਂਡ ਸਿਚੁਏਸ਼ਨ। ਇੰਗਲਿਸ਼ ਦੇ ਵਿੱਚ ਹਰੇਕ ਟੌਪਿਕ, ਹਰੇਕ ਸਿਚੁਏਸ਼ਨ ਦੇ ਲਈ ਅਲੱਗ-ਅਲੱਗ ਵਰਡ ਬਣਿਆ ਹੋਇਆ ਹੈ, ਠੀਕ ਹੈ। ਜਿਵੇਂ ਪੰਜਾਬੀ 'ਚ ਅਸੀਂ ਚੰਗਾ ਕਹਿ ਦਿੰਦੇ ਹਾਂ, ਕੋਈ ਬੰਦਾ ਵੀ ਚੰਗਾ ਹੋ ਸਕਦਾ, ਕਿਤੇ ਆਉਣਾ ਜਾਣਾ ਤਾਂ ਵੀ ਕਿਸੇ ਨੂੰ ਪੁੱਛੋ ਤਾਂ ਹਾਂ ਕਹਿੰਦਾ ਭਈ ਹਾਂ ਚੰਗਾ ਹੈ, ਠੀਕ ਹੈ। ਉਹ ਹੈਲਥ ਵਾਈਜ਼ ਵੀ ਕਹਿ ਸਕਦਾ ਹੈ, ਡਿਸੀਜਨ ਵਾਈਜ਼ ਵੀ ਕਹਿ ਸਕਦਾ ਹੈ ਚੰਗਾ। ਬਟ ਹੁਣ ਇਹ ਜਿਹੜੇ ਵਰਡ ਆ ਨਾ ਇੰਗਲਿਸ਼ ਦੇ ਵਿੱਚ ਹਰੇਕ ਜਗ੍ਹਾ ਤੇ ਅਲੱਗ-ਅਲੱਗ ਵਰਡ ਯੂਜ਼ ਹੁੰਦੇ, ਜਿਵੇਂ ਕਿ ਗ੍ਰੇਟ, ਮੈਮਥ ਤੇ ਬਿਗ। ਪੰਜਾਬੀ 'ਚ ਕਹਾਂਗੇ ਤਾਂ ਹਰੇਕ ਦਾ ਮਤਲਬ ਵੱਡਾ ਹੀ ਆ, ਬਟ ਇੰਗਲਿਸ਼ ਦੇ ਵਿੱਚ ਗ੍ਰੇਟ ਅਸੀਂ ਉੱਥੇ ਯੂਜ਼ ਕਰਨਾ ਜਿੱਥੇ ਕਿਸੇ ਮਹਾਨ ਦੀ ਗੱਲ ਹੋਈ ਆ, ਇਹ ਕਿਸੇ ਦੀ ਪਰਸਨੈਲਿਟੀ ਹੋ ਸਕਦੀ ਹੈ, ਗ੍ਰੇਟ ਪਰਸਨੈਲਿਟੀ। ਮੈਮਥ ਕਿਸੇ ਲਿਵਿੰਗ ਆਰਗੈਨਿਜ਼ਮ ਦਾ ਸਾਈਜ਼ ਹੋ ਸਕਦਾ ਹੈ, ਜਿਵੇਂ ਕਿ ਵੇਲ ਮੱਛੀ ਹੁੰਦੀ ਨਾ, ਬਲੂ ਵੇਲ, ਉਹ ਮੈਮਥ ਹੁੰਦੀ ਆ, ਬਹੁਤ ਵੱਡੀ ਹੁੰਦੀ ਆ। ਸੋ ਬਿਗ ਕਿਸੇ ਨਿਰਜੀਵ ਚੀਜ਼ ਜਾਂ ਕੀ ਕਹਿੰਦੇ ਆਪਾਂ ਨਾਨ ਲਿਵਿੰਗ ਥਿੰਗ ਨੂੰ ਅਸੀਂ ਬਿਗ ਕਹਿ ਸਕਦੇ ਹਾਂ, ਬਿਗ ਬਿਲਡਿੰਗ ਜਾਂ ਟਾਲ ਬਿਲਡਿੰਗ, ਟਾਵਰ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਅਲੱਗ-ਅਲੱਗ ਸਿਚੁਏਸ਼ਨ ਵਿੱਚ ਯੂਜ਼ ਹੁੰਦੀਆਂ। ਸੋ ਨੈਕਸਟ ਹੈਗਾ ਸਾਡਾ, ਹਾਊ ਆਫਨ ਡੂ ਯੂ ਯੂਜ਼ ਕਲੋਕਸ਼ਨ ਔਰ ਆਈਡੋਮੈਟਿਕ ਲੈਂਗੁਏਜ। ਆਈਡੋਮੈਟਿਕ ਲੈਂਗੁਏਜ ਤੁਸੀਂ ਕਿੱਦਾਂ ਯੂਜ਼ ਕਰਦੇ ਆ। ਆਈਡੋਮੈਟਿਕ ਲੈਂਗੁਏਜ ਹੁੰਦੀ ਸਾਡੀ, ਜਿਵੇਂ ਕਿ ਪੰਜਾਬੀ 'ਚ ਅਸੀਂ ਵਾਕ ਬਣਾਉਂਦੇ ਹਾਂ। ਫੋਰ ਐਗਜ਼ਾਮਪਲ ਉੱਲੂ ਸਿੱਧਾ ਕਰਨਾ, ਠੀਕ ਹੈ, ਇਹ ਵਾਕ ਆ। ਅਤੇ ਇਸ ਤਰੀਕੇ ਦੇ ਵਾਕ ਅਸੀਂ ਇੰਗਲਿਸ਼ ਦੇ ਵਿੱਚ ਵੀ ਆਪਣੀ ਨੋਰਮਲ ਰੂਟੀਨ ਵਿੱਚ ਯੂਜ਼ ਕਰਨੇ ਆ। ਸੋ ਇੱਥੇ ਮੈਂ ਇੱਕ ਈਜ਼ੀ ਤੋਂ ਈਜ਼ੀ ਇੱਕ ਜਿਹੜਾ ਆ ਆਈਟਮ ਲਿਖਿਆ ਹੋਇਆ, ਜਿਵੇਂ ਕਿ ਬੁੱਕ ਵਰਮ। ਬੁੱਕ ਵਰਮ ਹੁੰਦਾ ਕਿਤਾਬੀ ਕੀੜਾ, ਠੀਕ ਹੈ ਜੀ। ਇਹਦਾ ਹੁਣ ਆਪਾਂ ਜੇ ਯੂਜ਼ ਕਰਾਂਗੇ, ਜਦੋਂ ਯੂਜ਼ ਕਰਾਂਗੇ ਤਾਂ ਕੀ ਲਿਖਾਂਗੇ, ਹੀ ਹੈਜ਼ ਨੋ ਟਾਈਮ ਫॉर ਸੋਸ਼ਲ ਮੀਡੀਆ ਬਿਕੋਜ਼ ਹੀ ਇਜ਼ ਏ ਬੁੱਕ ਵਰਮ। ਉਹਦੇ ਕੋਲ ਸੋਸ਼ਲ ਮੀਡੀਆ ਸਾਈਟਸ ਜਾਂ ਫੇਸਬੁੱਕ ਵਰਗੀਆਂ ਸਾਈਟਸ ਲਈ ਬਿਲਕੁਲ ਟਾਈਮ ਨਹੀਂ ਹੈਗਾ, ਬਿਕੋਜ਼ ਹੀ ਇਜ਼ ਏ ਬੁੱਕ ਵਰਮ, ਕਿਉਂਕਿ ਉਹ ਕਿਤਾਬੀ ਕੀੜਾ ਆ, ਸਾਰਾ ਦਿਨ ਪੜ੍ਹਦਾ ਹੀ ਰਹਿੰਦਾ ਹੈ, ਠੀਕ ਹੈ ਜੀ। ਤੁਸੀਂ ਵੀ ਆਪਣਾ ਟਾਈਮ ਸਹੀ ਤਰੀਕੇ ਨਾਲ ਹਰੇਕ ਚੀਜ਼ ਲਈ ਡਿਵਾਈਡ ਕਰੋ। ਸਾਰਾ ਦਿਨ ਸੋਸ਼ਲ ਮੀਡੀਆ ਵੀ ਨਹੀਂ ਚੰਗਾ ਲੱਗਦਾ ਹੈਗਾ, ਸਾਰਾ ਦਿਨ ਕਿਤਾਬਾਂ ਹੀ ਪੜ੍ਹਨੀਆਂ ਵੀ ਨਹੀਂ ਚੰਗੀਆਂ ਲੱਗਦੀਆਂ। ਥੋੜ੍ਹਾ ਟਾਈਮ ਜਿਹੜਾ ਥੋੜ੍ਹਾ ਕਰਕੇ ਹਰੇਕ ਆਪਣਾ ਟਾਈਮ ਹਰੇਕ ਐਕਟੀਵਿਟੀ ਦੇ ਲਈ ਸੈਪਰੇਟ ਕਰਨਾ ਚਾਹੀਦਾ ਸਾਨੂੰ। ਸੋ ਇੱਕ ਮੈਂ ਹੋਰ ਲਿਖਿਆ ਹੋਇਆ, ਆਫ ਦਾ ਹੁੱਕ। ਆਫ ਦਾ ਹੁੱਕ ਦਾ ਮਤਲਬ ਹੁੰਦਾ ਹੈ ਵੀ ਆਊਟ ਆਫ ਟਰਬਲ, ਖਤਰੇ ਤੋਂ ਬਾਹਰ ਨਿਕਲ ਜਾਣਾ, ਇਹਨੂੰ ਕਹਿੰਦੇ ਆਫ ਦਾ ਹੁੱਕ। ਇਹ ਥੋੜ੍ਹਾ ਕੰਪਲੈਕਸ ਸੈਂਟੈਂਸ ਆ, ਸਮਝਣ ਦੀ ਟਰਾਈ ਕਰਿਓ। ਜਿਵੇਂ ਕਿ ਹੀ ਇਜ਼ ਨਾਟ ਯੈਟ ਆਫ ਦਾ ਹੁੱਕ ਬਿਕੋਜ਼ ਇਨਕਮ ਟੈਕਸ ਡਿਪਾਰਟਮੈਂਟ ਇਜ਼ ਮੇਕਿੰਗ ਏ ਥੋਰੋ ਇਨਕੁਆਇਰੀ ਇਨਟੂ ਹਿਜ਼ ਫਾਈਨੈਂਸ਼ੀਅਲ ਸਟੇਟਸ। ਉਹ ਬੰਦਾ, ਹੁਣ ਕੋਈ ਬੰਦਾ ਹੈ, ਉਹਦੇ ਫਾਈਨੈਂਸ਼ੀਅਲ ਸਟੇਟਸ 'ਤੇ ਥੋਰੋਲੀ ਇਨਕੁਆਇਰੀ ਚੱਲ ਰਹੀ ਆ, ਇਸ ਕਰਕੇ ਹਲੇ ਉਹ ਖਤਰੇ ਤੋਂ ਬਾਹਰ ਨਹੀਂ ਹੋਇਆ, ਨਾਟ ਯੈਟ, ਹਲੇ ਖਤਰੇ ਤੋਂ ਬਾਹਰ ਨਹੀਂ ਹੋਇਆ, ਇਹ ਸੈਂਟੈਂਸ ਬਣਦਾ। ਸੋ ਇੱਕ